चिंता लाहे हमारी अवर ना सूझै दूजी ठारो। हार परियो तो द्वारी लिखा छोड़ अलिखै छूटै। हम निर्गुण लेहो उबारी सद बख्शिंद सदा मेहरबाना। सबना दे आधारी सद बख्शिंद सदा मेहरबाना। सबना दे आधारी नानक दास संत पाछै परियो। राख लिहो एह बारी सुकाओ टल गुर सेविय ऐनस सहज सुभाए। दर्शन परसिय गुरु के जन्म मरण दुख जाए। सिफत खसमदी नूर अरसों कुरसों चटी है। तुद डिठे सच्चे पातशाह मल जन्म जन्म दी कटी है। तुद डिठे सच्चे पातशाह मल जन्म जन्म दी कटी है। सतनाम श्री वाहिगुरु साहिब जीओ। गुजरी श्री जयदेव जीओ का पदा कर चौथा। एक ओंकार सतगुर प्रसाद परमाद पुरख मनो प्रेमं। सत आद भाव रतन परमद पूतं प्रकृत परं। जद चिंत सर्वगतं केवल राम नाम मनोरमं। बाद अमृत तत्मयं नाद नोत सुकृत कृतं। पावपूत पाव सर्व्यं परम परसन्निधं। वाहिगुरु जी का खालसा वाहिगुरु जी की फतेह। पतित पावन गरीब नवाज सतगुरु गुरु ग्रंथ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਵਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਆਸਾ ਦੀ ਵਾਰ ਨਾਮ ਜੋ ਬਾਣੀ ਹੈ, ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਆਪ ਇਸ ਬਾਣੀ ਦਾ ਕੀਰਤਨ ਕਰਿਆ ਕਰਦੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਵੀ ਇਸ ਬਾਣੀ ਵਿੱਚ ਕੁਝ ਸ਼ਬਦ ਬਖਸ਼ਿਸ਼ ਕੀਤੇ ਨੇ ਅਤੇ ਕੁਝ ਸ਼ਬਦ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਜਿਹੜੇ ਹਨ ਉਹ ਬਖਸ਼ਿਸ਼ ਕੀਤੇ ਨੇ। ਇਸ ਤਰ੍ਹਾਂ ਇਹ ਆਸਾ ਦੀ ਵਾਰ ਜੋ ਬਾਣੀ ਹੈ, ਤਿੰਨ ਗੁਰੂ ਸਾਹਿਬਾਂ ਦੇ ਇਹਦੇ ਵਿੱਚ ਸ਼ਬਦ ਨੇ, ਸ਼ਲੋਕ ਨੇ, ਪੌੜੀਆਂ ਨੇ ਅਤੇ ਸ਼ੰਤ ਹਨ। ਐਸੀ ਪਵਿੱਤਰ ਬਾਣੀ ਆਪ ਸੰਗਤਾਂ ਨੇ ਹਰ ਰੋਜ਼ ਦੇ ਵਾਂਗ ਸਰਵਣ ਕਰਕੇ ਮਿਲਿਆ ਹੋਇਆ ਸਮਾਂ
ਮਿਲੇ ਹੋਏ ਸਵਾਸ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਆਪ ਸੰਗਤਾਂ ਨੇ ਸਫਲਾ ਬਣਾਇਆ। ਇਸ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਅੱਜ ਦਾ ਇਹ ਸ਼ਬਦ 526 ਅੰਗ ਦੇ ਉੱਪਰ ਪਾਤਸ਼ਾਹ ਨੇ ਲਿਖਿਆ। ਸੋ 15 ਭਗਤਾਂ ਦੇ ਵਿੱਚੋਂ ਭਗਤ ਜੈਦੇਵ ਜੀ ਹੋਏ ਨੇ, ਜਿਹੜੇ ਬੰਗਾਲ ਦੇ ਇਲਾਕੇ ਦੇ ਰਹਿਣ ਵਾਲੇ ਸਨ। ਬ੍ਰਾਹਮਣ ਜਾਤੀ ਦੇ ਨਾਲ ਸੰਬੰਧ ਰੱਖਦੇ ਨੇ। ਦੇਵ ਭੋਜ ਇਹਨਾਂ ਦੇ ਪਿਤਾ ਦਾ ਨਾਮ ਹੈ। ਸੋ ਇਸੇ ਤਰ੍ਹਾਂ 1325-26 ਈਸਵੀ ਦੇ ਲਗਭਗ ਇਹਨਾਂ ਦਾ ਜਨਮ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ 2 ਸ਼ਬਦ ਨੇ, ਇੱਕ ਆਪਾਂ ਸਰਵਣ ਕਰਨ ਜਾ ਰਹੇ ਹਾਂ, ਇੱਕ ਸ਼ਬਦ ਅੱਗੇ ਜਾ ਕੇ ਆਪਾਂ ਸਰਵਣ ਕਰਾਂਗੇ। ਸੋ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਜੋ ਸ਼ਬਦ ਹੈ ਇਹ ਕਾਫੀ ਮਹਿੰਗਾ ਮੰਨਿਆ ਜਾਂਦਾ ਹੈ। ਮਹਿੰਗੇ ਤੋਂ ਭਾਵ ਸਮਝਣ ਵਾਸਤੇ ਕਿ ਔਖਾ ਮੰਨਿਆ ਜਾਂਦਾ ਹੈ। ਸੋ ਜਿਸ ਵੇਲੇ ਗੁਰਬਾਣੀ ਦੀ ਸੰਥਿਆ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ, ਉਸ ਵੇਲੇ ਇਹ ਸ਼ਬਦ ਜੋ ਹੈ ਮੂੰਹ ਜ਼ਬਾਨੀ ਯਾਦ ਕਰਵਾਇਆ ਜਾਂਦਾ, ਕੰਠ ਕਰਵਾਇਆ ਜਾਂਦਾ ਕਿ ਸ਼ਬਦ ਮਹਿੰਗਾ ਹੈ। ਵੇਖ ਕੇ ਪੜ੍ਹਨ ਲੱਗਿਆਂ ਕਈ ਤਰ੍ਹਾਂ ਦੀਆਂ ਸੋ ਰੁਕਾਵਟਾਂ ਬਣ ਸਕਦੀਆਂ ਨੇ, ਇਸ ਕਰਕੇ ਇੰਨਾ ਯਾਦ ਕਰਵਾ ਦਿੱਤਾ ਜਾਂਦਾ ਹੈ ਕਿ ਉਹ ਸ਼ਬਦ ਜ਼ੁਬਾਨੀ ਯਾਦ ਹੋ ਜਾਂਦਾ ਹੈ। ਸੋ ਇਹ ਮਹਿੰਗੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ, ਜਿਹੜੀ ਅੱਜ ਆਪਾਂ ਸਰਵਣ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਆਓ ਕੁਝ ਸਮੇਂ ਵਾਸਤੇ ਆਪਣੇ ਮਨ ਨੂੰ ਟਿਕਾਈਏ ਗੁਰੂ ਚਰਨਾਂ ਦੇ ਅੰਦਰ। ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਕੀ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰੀਏ। ਮਿਲ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਸ਼੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ। ਰਾਗ ਦਾ ਨਾਮ ਹੈ ਔਰ ਗੁਜਰੀ ਰਾਗ ਦਾ ਇਹ ਸਭ ਤੋਂ ਅਖੀਰਲਾ ਸ਼ਬਦ ਹੈ। ਇਸ ਤੋਂ ਬਾਅਦ ਵਿੱਚ ਗੁਜਰੀ ਰਾਗ ਸੰਪੂਰਨ ਹੋ ਜਾਏਗਾ, ਫਿਰ ਦੇਵੰਗਧਾਰੀ ਰਾਗ ਚੱਲਣਾ ਹੈ। ਗੁਜਰੀ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਹੈ, ਰਾਗੀ ਸਿੰਘ ਕਦੋਂ ਕੀਰਤਨ ਕਰ ਸਕਦੇ ਇਸ ਬਾਣੀ ਦਾ, ਤੇ ਵਿਦਵਾਨਾਂ ਨੇ ਲਿਖਿਆ ਹੈ ਸਵੇਰ ਦੇ 7:30 ਵਜੇ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ, ਰਾਗ ਪੜ੍ਹਿਆ ਜਾ ਸਕਦਾ। ਗੁਜਰੀ ਰਾਗ ਸਵੇਰ ਦਾ ਸਮਾਂ 7:30 ਵਜੇ ਦਾ ਵਿਦਵਾਨਾਂ ਨੇ ਨਿਸ਼ਚਿਤ ਕੀਤਾ ਹੈ। ਸ਼੍ਰੀ ਜੈਦੇਵ ਜੀਓ ਕਾ ਪਦਾ, ਜੈਦੇਵ ਉਹਨਾਂ ਦਾ ਨਾਮ ਹੈ ਜਿਨ੍ਹਾਂ ਦੀ ਬਾਣੀ ਹੈ। 15 ਭਗਤ ਗੁਰਬਾਣੀ ਲਿਖਾਉਂਦੇ ਨੇ, 15 ਵਿੱਚੋਂ ਇੱਕ ਭਗਤ ਜੈਦੇਵ ਹਨ। ਸੋ ਕਹਿਣ ਲੱਗੇ ਇਹਨਾਂ ਦਾ ਪਦਾ ਆਪਾਂ ਸਰਵਣ ਕਰ ਰਹੇ ਹਾਂ, ਭਾਵ ਕੇ ਸ਼ਬਦ ਸਰਵਣ ਕਰ ਰਹੇ ਹਾਂ। ਘਰ ਚੌਥਾ, ਜਦੋਂ ਇਸ ਰਾਗ ਨੂੰ ਗਾਇਆ ਜਾਵੇ, ਚੌਥੇ ਘਰ ਸੁਰ ਤਾਲ ਦੇ ਅੰਦਰ ਇਸ ਸ਼ਬਦ ਦਾ ਗਾਇਨ ਕਰਨਾ ਹੈ। ਇਸ ਤਰ੍ਹਾਂ ਇਹਦਾ ਸਿਰਲੇਖ ਜਿਹੜਾ ਹੈ ਉਹ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਰਜਨ ਸਾਹਿਬ ਜੀ ਗੁਰੂ ਨਾਨਕ ਦੇ ਘਰ ਦੀ ਮੋਹਰ ਲਾ ਰਹੇ ਨੇ। ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨੂੰ ਪੂਰੇ ਕਰਦਿਆਂ ਹੋਇਆਂ ਉੱਪਰ ਲਿਖਿਆ ਜਾ ਰਿਹਾ ਹੈ ਇੱਕ ਓਂਕਾਰ। ਓਂਕਾਰ ਨਾਮ ਪਰਮਾਤਮਾ ਦਾ ਹੈ। ਸੋ ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਨ ਨਾ ਜਾਈ ਤੇਰੇ ਗੁਣ ਕੀਤੇ। ਗੁਰਬਾਣੀ ਵਿੱਚ ਲਿਖਿਆ ਪਰਮਾਤਮਾ ਤੇਰੇ ਨਾਮ ਅਨੇਕ ਨੇ। ਉਹ ਜਿਹੜੇ ਅਨੇਕ ਨਾਮ ਹਨ ਉਹਨਾਂ ਵਿੱਚੋਂ ਇੱਕ ਨਾਮ ਜਿਹੜਾ ਹੈ ਉਹ ਹੈ ਓਂਕਾਰ। ਧਾਰਮਿਕ ਗ੍ਰੰਥਾਂ ਦੇ ਵਿੱਚ, ਵੇਦਾਂ ਸ਼ਾਸਤਰਾਂ ਦੇ ਵਿੱਚ ਇਸ ਨਾਮ ਦਾ ਵਾਰ-ਵਾਰ ਜ਼ਿਕਰ ਆਇਆ ਹੈ। ਇਹ ਸ਼੍ਰੋਮਣੀ ਨਾਮ ਹੈ ਪਰਮਾਤਮਾ ਦਾ, ਸਭ ਤੋਂ ਵੱਡਾ ਨਾਮ, ਜਿਸ ਨੂੰ ਜਪ ਕਰਕੇ ਸੰਸਾਰ ਤੋਂ ਮੁਕਤੀ ਮਿਲ ਜਾਂਦੀ ਹੈ। ਓਂਕਾਰ ਪਰਮਾਤਮਾ ਨੂੰ ਆਖਿਆ ਜਾਂਦਾ। ਤੇ ਗੁਰੂ ਨਾਨਕ ਸਾਹਿਬ ਜੀਆਂ ਨੇ ਏਕਾ ਸ਼ਬਦ ਨਾਲ ਲਾਇਆ। ਏਕੇ ਤੋਂ ਭਾਵ ਹੈ ਇੱਕ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ।
ਮਨੁੱਖ ਵਰਗਾ ਦੂਜਾ ਮਨੁੱਖ ਹੋ ਸਕਦਾ ਹੈ, ਸਕਲ ਸੂਰਤ ਰਲ ਸਕਦੀ ਹੈ, ਸੁਭਾਅ ਰਲ ਸਕਦਾ ਹੈ, ਪੰਛੀ ਵਰਗਾ ਪੰਛੀ ਹੋ ਸਕਦਾ ਹੈ, ਪਰ ਪਰਮਾਤਮਾ ਵਰਗਾ ਦੂਜਾ ਪਰਮਾਤਮਾ ਦੁਨੀਆ 'ਤੇ ਹੈ ਹੀ ਕੋਈ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਨਾ ਕੋਈ ਰੱਬ ਵਰਗਾ ਪਹਿਲਾਂ ਸੀ, ਨਾ ਹੁਣ ਹੈ, ਨਾ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਵਰਗਾ ਦੂਜਾ ਪਰਮਾਤਮਾ ਹੋਏਗਾ ਹੀ ਨਹੀਂ। ਇਸ ਕਰਕੇ ਮਹਾਰਾਜ ਨੇ ਲਿਖਿਆ ਇੱਕ ਉਹ ਇੱਕੋ ਹੀ ਹੈ ਭਾਈ। ਦੁਨੀਆ ਨੇ ਉਹਦੇ ਨਾਮ ਜ਼ਰੂਰ ਵੱਖੋ ਵੱਖਰੇ ਰੱਖੇ ਨੇ, ਪਰ ਹੈ ਉਹ ਇੱਕ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਇੱਕ ਦੀ ਪ੍ਰਾਪਤੀ ਹੋਵੇਗੀ ਕਿਵੇਂ? ਤੇ ਪਾਤਸ਼ਾਹ ਅੱਗੇ ਕਹਿਣ ਲੱਗੇ ਸਤਿਗੁਰ ਪ੍ਰਸਾਦ। ਪ੍ਰਸਾਦ ਨਾਮ ਗੁਰਮੁਖੋ ਕਿਰਪਾ ਦਾ ਹੈ। ਗੁਰੂ ਦੀ ਕਿਰਪਾ ਲੈਣੀ ਪਵੇਗੀ, ਗੁਰੂ ਦੀ ਮਿਹਰ ਲੈਣੀ ਪਵੇਗੀ, ਬਖਸ਼ਿਸ਼ ਲੈਣੀ ਪਵੇਗੀ। ਅਸੀਂ ਘਰ ਤੋਂ ਚੱਲ ਕੇ ਆਏ ਹਾਂ, ਪਰਮਾਤਮਾ ਤਾਂ ਸਾਡੇ ਘਰ ਵਿੱਚ ਵੀ ਹੈ। ਜਿਸ ਰਸਤੇ ਤੋਂ ਅਸੀਂ ਚੱਲ ਕੇ ਆਏ ਪਰਮਾਤਮਾ ਤਾਂ ਉੱਥੇ ਵੀ ਹੈ, ਪਰ ਅਸੀਂ ਰਸਤੇ ਤੋਂ ਚੱਲ ਕੇ ਘਰੋਂ ਚੱਲ ਕੇ ਗੁਰੂ ਦੇ ਕੋਲ ਆਏ ਹਾਂ, ਗੁਰਦੁਆਰੇ ਆਏ ਹਾਂ। ਕਾਹਦੇ ਵਾਸਤੇ ਆਏ ਹਾਂ? ਅਸੀਂ ਤਾਂ ਆਏ ਹਾਂ ਤਰਸ ਲੈਣ ਵਾਸਤੇ, ਗੁਰੂ ਦੀ ਮਿਹਰ ਲੈਣ ਵਾਸਤੇ, ਵੀ ਸਾਡੇ 'ਤੇ ਤਰੁੱਠ ਪਵੇ, ਸਾਡੇ 'ਤੇ ਦਇਆ ਕਰੇ, ਮਿਹਰ ਕਰ ਦੇਵੇ ਵੀ ਇਹ ਰੋਜ਼ ਚੱਲ ਕੇ ਆਉਂਦਾ ਹੈ ਮੇਰੇ ਦਰ ਦੇ ਉੱਪਰ, ਅਤੇ ਮੈਂ ਇਸ ਦੇ ਉੱਪਰ ਬਖਸ਼ਿਸ਼ ਕਰ ਦੇਵਾਂ। ਪ੍ਰਸਾਦ ਨਾਮ ਕਿਰਪਾ ਦਾ। ਅਸੀਂ ਇੱਥੇ ਗੁਰੂ ਦੀ ਕਿਰਪਾ ਲੈਣ ਵਾਸਤੇ ਆਏ ਹਾਂ, ਰਹਿਮਤ ਲੈਣ ਵਾਸਤੇ, ਤਾਂ ਕਿ ਸਾਡੇ 'ਤੇ ਤਰਸ ਕਰੇ। ਸਤਿਗੁਰ ਪ੍ਰਸਾਦ, ਸਤਿਗੁਰ ਸਤਿਗੁਰੂ ਦਾ ਪ੍ਰਸਾਦ ਕਹੀਏ ਕਿਰਪਾ। ਇਹ ਸਿੱਧੇ ਸ਼ਬਦ ਨੇ ਮਹਾਰਾਜ ਜੀਆਂ ਦੇ ਵਿੱਚੋਂ ਆਪਾਂ ਲੈ ਰਹੇ ਹਾਂ ਸਮਝਣ ਵਾਸਤੇ ਕਿ ਗੁਰੂ ਦੀ ਕਿਰਪਾ ਲੈਣ ਵਾਸਤੇ ਅਸੀਂ ਗੁਰੂ ਦਰਬਾਰ ਵਿੱਚ ਆਏ ਹਾਂ। ਗੁਰੂ ਕੀ ਕਰੇਗਾ? ਇੱਕ ਓੰਕਾਰ ਜਿਹੜਾ ਪਰਮਾਤਮਾ ਇੱਕ ਹੀ ਹੈ, ਉਹਦੇ ਨਾਲ ਸਾਨੂੰ ਮਿਲਾ ਦੇਵੇਗਾ। ਇਹ ਮੰਗਲਾਚਰਨ ਲਿਖਿਆ ਗੁਰੂ ਅਰਜਨ ਸਾਹਿਬ ਜੀਆਂ ਨੇ। ਹੁਣ ਆਪਾਂ ਸ਼ਬਦ ਸਰਵਣ ਕਰਾਂਗੇ ਭਗਤ ਜੈਦੇਵ ਜੀ ਦਾ। ਜੈਦੇਵ ਜੀਆਂ ਦੇ ਕੋਲ ਇੱਕ ਵਿਅਕਤੀ ਚੱਲ ਕੇ ਆਇਆ, ਕਹਿਣ ਲੱਗਾ ਜੈਦੇਵ ਜੀ, ਮੈਂ ਜਿਨ੍ਹਾਂ ਵਿਅਕਤੀਆਂ ਦੀ ਸਲਾਹ ਲਈ ਨਾ ਵੀ ਜਮਾਂ ਦੇ ਡਰ ਤੋਂ ਕਿਵੇਂ ਦੂਰ ਹੋਇਆ ਜਾ ਸਕਦਾ ਹੈ। ਜਮਾਂ ਦਾ ਬੜਾ ਵੱਡਾ ਡਰ ਹੈ ਜਮਦੂਤਾਂ ਦਾ, ਅਤੇ ਮੈਂ ਜਮਦੂਤਾਂ ਦੇ ਡਰ ਤੋਂ ਕਿਵੇਂ ਦੂਰ ਹੋਵਾਂ। ਕਿਸੇ ਨੇ ਆਖਿਆ ਬ੍ਰਹਮਾ ਦੀ ਪੂਜਾ ਕਰ, ਕਿਸੇ ਨੇ ਆਖਿਆ ਵਿਸ਼ਨੂੰ ਦੀ ਪੂਜਾ ਕਰ, ਕਿਸੇ ਨੇ ਆਖਿਆ ਅਸ਼ਟਭੁਜੀ ਦੇਵੀ ਦੀ ਪੂਜਾ ਕਰ, ਕੋਈ ਗਣੇਸ਼ ਦੀ ਪੂਜਾ ਵਾਸਤੇ ਕਹਿੰਦਾ, ਕੋਈ ਇੰਦਰ ਦੀ ਪੂਜਾ ਵਾਸਤੇ ਕਹਿੰਦਾ। ਲੋਕਾਂ ਨੇ ਰਾਹ ਹੀ ਬੜੇ ਦੱਸ ਦਿੱਤੇ, ਉਹਦੀ ਪੂਜਾ ਕਰੇਗਾ ਤਾਂ ਬਚੇਗਾ, ਉਹਦੀ ਪੂਜਾ ਕਰੇਗਾ ਤਾਂ ਬਚੇਗਾ। ਪਰ ਮੈਂ ਇਹ ਸੋਚਦਾ ਹਾਂ ਜਿਨ੍ਹਾਂ ਦੀ ਪੂਜਾ ਕਰਨ ਵਾਸਤੇ ਮੈਨੂੰ ਆਖਿਆ ਜਾ ਰਿਹਾ ਹੈ, ਸਰੀਰ ਤੇ ਉਹਨਾਂ ਦੇ ਵੀ ਨਹੀਂ ਰਹੇ, ਦੁਨੀਆ ਤੇ ਉਹ ਵੀ ਛੱਡ ਕੇ ਗਏ ਨੇ। ਜਮਾਂ ਦਾ ਭੈ ਕਿਵੇਂ ਦੂਰ ਹੋਵੇ, ਮੇਰੇ ਤੇ ਇਹ ਕਿਰਪਾ ਕਰੋ। ਜਦੋਂ ਭਗਤ ਜੈਦੇਵ ਜੀਆਂ ਨੇ ਬਚਨ ਸੁਣਿਆ ਨਾ ਉਸ ਆਏ ਹੋਏ ਸਿੱਖ ਦਾ, ਆਏ ਹੋਏ ਸੇਵਕ ਦਾ, ਵੀ ਜਮਾਂ ਦਾ ਡਰ ਕਿਵੇਂ ਦੂਰ ਹੁੰਦਾ, ਉਹਨਾਂ ਨੇ ਗੁਰਬਾਣੀ ਵਿੱਚ ਲਿਖਿਆ, ਕਹਿਣ ਲੱਗੇ ਇੱਛਸ ਜਮਾਦ ਪਰਾ ਭਯੰ। ਇੱਛਸ ਤੋਂ ਭਾਵ ਹੈ ਤੇਰੇ ਮਨ ਦੀ ਇੱਛਾ ਹੈ। ਕਾਹਦੀ ਇੱਛਾ ਹੈ? ਕਹਿਣ ਲੱਗੇ ਜਮਾਦ। ਜਮਾਦ ਤੋਂ ਭਾਵ ਹੁੰਦਾ ਜਮ ਇਤਿਆਦਿਕ। ਜਮ ਇੱਕ ਨਹੀਂ ਹੈ। ਸਾਡੇ ਮਨ ਵਿੱਚ ਇਹ ਵਿਚਾਰ ਹੈ ਵੀ ਜਮ ਇੱਕ ਹੀ ਹੈ। ਅਜਰਾਈਲ, ਮੇਕਾਈਲ, ਜਬਰਾਈਲ ਉਹਨਾਂ ਦੇ ਨਾਮ ਗ੍ਰੰਥਾਂ ਵਿੱਚ ਲਿਖੇ ਨੇ। ਜਮ ਆਦਿਕ ਤੋਂ ਭਾਵ ਹੁੰਦਾ ਜਿਹੜੇ ਕਈ ਤਰ੍ਹਾਂ ਦੇ ਜਮ ਤੈਨੂੰ ਲੈਣ ਵਾਸਤੇ ਆਉਣਗੇ, ਦੁੱਖ ਦੇਣਗੇ। ਪਰਾ ਭਯੰ, ਭਯੰ ਨਾਮ ਹੈ ਭੈ ਦਾ। ਤੈਨੂੰ ਉਹਨਾਂ ਦੇ ਭੈ ਤੋਂ ਪਰਾਂ ਹੋਣ ਦੀ ਲੋੜ ਹੈ, ਦੂਰ ਜਾਣ ਦੀ ਲੋੜ ਹੈ। ਕੀ ਤੂੰ ਇਹ ਸਵਾਲ ਲੈ ਕੇ ਆਇਆ? ਇਹ ਸਵਾਲ ਹੈ ਉਸ ਵਿਅਕਤੀ ਦਾ ਕਿ ਮੇਰੀ ਇੱਛਾ ਹੈ ਮੈਂ ਜਮਾਂ ਦੇ ਭੈ ਤੋਂ ਪਰੇ ਹੋ ਜਾਵਾਂ, ਜਮਾਂ ਦਾ ਭੈ ਮੈਨੂੰ ਲੱਗੇ ਨਾ। ਤਾਂ ਲਿਖਿਆ ਇੱਛਸ ਜਮਾਦ ਪਰਾ ਭਯੰ। ਮੇਰੀ ਇੱਛਾ ਹੈ ਮੈਂ ਜਮਾਂ ਦੇ ਭੈ ਤੋਂ ਪਰੇ ਹੋ ਜਾਵਾਂ। ਇਹ ਸਵਾਲ ਲੈ ਕੇ ਆਇਆ। ਤੇ ਭਗਤ ਜੀਆਂ ਨੇ ਸੁਣਿਆ ਬਚਨ ਤੇ ਕਹਿਣ ਲੱਗੇ ਭਾਈ ਜੇ ਤੂੰ ਇਹ ਸਵਾਲ ਲੈ ਕੇ ਆਇਆ ਹੈ ਤੇ ਫਿਰ ਤੈਨੂੰ ਕੀ ਕਰਨਾ ਚਾਹੀਦਾ ਹੈ। ਉਹ ਇੱਥੇ ਬਚਨ ਜਿਹੜਾ ਹੈ ਉਹ ਸਾਨੂੰ ਬਖਸ਼ਿਸ਼ ਕਰਦੇ ਨੇ। ਸੋ ਜਿਵੇਂ ਉਹਨਾਂ ਨੇ ਲਿਖਿਆ ਉਹਨੂੰ ਆਪਾਂ
ਸਰਵਨ ਕਰ ਰਹੇ ਹਾਂ। ਤਾਜ ਸਕਲ ਦੋਹਾ ਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਨੰ। ਭਗਤ ਜੀ ਕਹਿਣ ਲੱਗੇ, ਜੇ ਜਮਾਂ ਦੇ ਭੈ ਤੋਂ ਮੁਕਤ ਹੋਣਾ ਹੈ, ਪਹਿਲਾ ਗੁਣ ਕੀ ਧਾਰਨ ਕਰਨਾ ਪਵੇਗਾ? ਦੁਰਮਤੀ। ਦੁਰਮਤ ਤੋਂ ਭਾਵ ਹੁੰਦਾ ਖੋਟੀ ਮਤ। ਜਿਸ ਤੇਰੀ ਬੁੱਧੀ ਦੇ ਵਿੱਚ ਮਾੜੇ ਵਿਚਾਰ ਆਉਂਦੇ ਨੇ, ਮਾੜੇ ਖਿਆਲ ਆਉਂਦੇ ਨੇ, ਪਾਪ ਕਰਨ ਨੂੰ ਤੇਰੀ ਬੁੱਧੀ ਤੈਨੂੰ ਪ੍ਰੇਰਦੀ ਹੈ ਵੀ ਬੰਦਿਆ ਆਹ ਪਾਪ ਕਰ ਤੇ ਆਹ ਫਾਇਦਾ ਹੋਵੇਗਾ, ਆਹ ਪਾਪ ਕਰੇਗਾ ਆਹ ਲਾਭ ਹੋਵੇਗਾ। ਇਹਨੂੰ ਕਿਹਾ ਜਾਂਦਾ ਦੁਰਮਤੀ, ਖੋਟੀ ਮਤ, ਮਾੜੇ ਖਿਆਲ ਦੇਣ ਵਾਲੀ, ਮਾੜੇ ਪਾਸੇ ਲੈ ਕੇ ਜਾਣ ਵਾਲੀ। ਭਗਤ ਜੀ ਕਹਿਣ ਲੱਗੇ ਪਹਿਲਾਂ ਇਹਨੂੰ ਛੱਡ। ਇਹ ਉਪਦੇਸ਼ ਇਕੱਲਾ ਉਸ ਵਿਅਕਤੀ ਵਾਸਤੇ ਨਹੀਂ ਜਿਹੜਾ ਆਇਆ, ਸਾਡੇ ਵਾਸਤੇ ਵੀ ਹੈ। ਹੁਣ ਸਾਡੇ ਮਨ ਵਿੱਚ ਵੀ ਜਮਾਂ ਦਾ ਭੈ ਹੈ, ਜਮਾਂ ਦਾ ਡਰ ਹੈ। ਕਹਿਣ ਲੱਗੇ ਜਮਾਂ ਦਾ ਡਰ ਦੂਰ ਕਰਨਾ ਚਾਹਣਾ ਤੇ ਤੈਨੂੰ ਪਹਿਲਾਂ ਆਪਣੀ ਮਾੜੀ ਮਤ ਦੂਰ ਕਰਨੀ ਪਵੇਗੀ। ਦੂਜਾ ਬਚਨ ਨੂੰ ਲਿਖਿਆ ਦੋ ਕ੍ਰਿਤ ਸਕਲ ਤਜ ਸਕਲ ਦੋਹ ਕ੍ਰਿਤ। ਦੋਹ ਕ੍ਰਿਤ ਤੋਂ ਪਾਪ ਹੁੰਦਾ ਹੈ ਪਾਪ ਵਾਲਾ ਕੰਮ। ਜਿਸ ਕੰਮ ਨੂੰ ਕਰਕੇ ਤੂੰ ਪਾਪ ਕਰਦਾ ਪਿਆ ਉਹ ਕੰਮ ਵੀ ਤੈਨੂੰ ਛੱਡਣਾ ਪਵੇਗਾ। ਕਈ ਵਾਰੀ ਆਪਾਂ ਕੀ ਕਰਦੇ ਹਾਂ, ਕੰਮ ਤੇ ਪਾਪ ਦਾ ਕਰਦੇ ਪਏ ਹਾਂ, ਕੰਮ ਤੇ ਠੱਗੀ ਦਾ ਕਰਦੇ ਪਏ ਹਾਂ, ਦੁਨੀਆ ਨੂੰ ਲੁੱਟਦੇ ਪਏ ਹਾਂ। ਮਨ ਵਿੱਚ ਸੋਚਿਆ ਵੀ ਹੁਣ ਪਾਪ ਲੱਗੇਗਾ ਤੇ ਫਿਰ ਕੀ ਕੀਤਾ ਜਾਵੇ? ਜੇ ਦੁਨੀਆ ਕੋਲੋਂ 10,000 ਰੁਪਈਆ ਠੱਗ ਕੇ ਲੈ ਕੇ ਆਂਦਾ, ਚਲੋ 1,000 ਰੁਪਈਆ ਦਾਨ ਕਰ ਦਿਓ, ਗੁਰਦੁਆਰੇ ਦੇ ਦਿਓ, ਮੰਦਰ ਵਿੱਚ ਦੇ ਦਿਓ, ਮਸੀਤ ਵਿੱਚ ਦੇ ਦਿਓ, ਕਿਸੇ ਗਰੀਬ ਨੂੰ ਦੇ ਦਿਓ। ਤੇ ਮਨ ਵਿੱਚ ਇਹ ਗੱਲ ਆ ਗਈ ਵੀ ਮੈਂ ਤੇ ਹੁਣ ਦਾਨ ਕਰ ਦਿੱਤਾ, ਹੁਣ ਮੈਨੂੰ ਪਾਪ ਨਹੀਂ ਲੱਗੇਗਾ। ਪਾਪ ਕਿਉਂ ਨਹੀਂ ਲੱਗੇਗਾ? ਜਿਹੜਾ 10,000 ਰੁਪਈਆ ਤੂੰ ਲਿਆਂਦਾ ਹੈ ਠੱਗੀ ਮਾਰ ਕੇ, ਧੋਖੇ ਦੇ ਨਾਲ, ਉਹਦਾ ਫਲ ਤੇ ਤੈਨੂੰ ਦੇਣਾ ਪਵੇਗਾ, ਉਹਦਾ ਫਲ ਤੈਨੂੰ ਭੋਗਣਾ ਪਵੇਗਾ। 1,000 ਰੁਪਈਆ ਉਹਦੇ ਵਿੱਚੋਂ ਦਾਨ ਕਰਨ ਦੇ ਨਾਲ ਤੇਰੀ ਪਹਿਲੀ ਕਮਾਈ ਚਿੱਟੀ ਨਹੀਂ ਹੋ ਜਾਣੀ ਹੈ, ਉਹ ਪਾਪ ਦੀ ਰਹਿਣੀ ਹੈ। ਤੇ ਭਗਤ ਜੀ ਕਹਿਣ ਲੱਗੇ ਤਜ ਸਕਲ ਦੋਹ ਕ੍ਰਿਤ। ਪਾਪ ਦੀ ਕਮਾਈ ਕਿਸੇ ਤਰ੍ਹਾਂ ਦੀ ਵੀ ਹੈ, ਉਹ ਤੈਨੂੰ ਤਜ ਛੱਡਣੀ ਪਵੇਗੀ, ਪਾਪ ਦੀ ਕਮਾਈ ਕਰਨੀ ਛੱਡ। ਤੇ ਅੱਜ ਦੁਨੀਆ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਨੇ 1 ਨੰਬਰ ਦੀ ਕਮਾਈ ਕੀਤੀ ਹੈ, 1 ਨੰਬਰ ਦਾ ਧਨ ਕਮਾਇਆ ਹੈ, ਹੱਕ ਦੀ ਕਮਾਈ ਜਿਸ ਨੂੰ ਆਪਾਂ ਕਹਿੰਦੇ ਹਾਂ। ਨਹੀਂ ਤੇ ਤਮਾਮ ਦੁਨੀਆ ਪਾਪ ਦੀ ਕਮਾਈ ਵਿੱਚ ਲੱਗੀ ਹੋਈ ਹੈ। ਪਾਪ ਦੀ ਕਮਾਈ ਕੀ ਹੈ? ਦਫ਼ਤਰ ਤੇ ਚਲੇ ਗਏ ਹਾਂ, ਹਾਜ਼ਰੀ ਤੇ ਲਾ ਦਿੱਤੀ ਹੈ ਵੀ ਮੈਂ ਨੌਕਰੀ ਤੇ ਆ ਗਿਆ, ਹਾਜ਼ਰੀ ਲਾ ਕੇ ਤਨਖਾਹ ਤੇ ਖਾਤੇ ਵਿੱਚ ਪੈ ਗਈ ਹੈ। ਆਪ ਫਿਰ ਉੱਥੋਂ ਫਰਲੋ ਮਾਰ ਲਈ, ਮੈਂ ਤੇ ਉੱਥੇ ਚੱਲਿਆ, ਮੈਂ ਤੇ ਕਿਸੇ ਸਰਕਾਰੀ ਕੰਮ ਜਾਂਦਾ ਪਿਆ, ਦਫ਼ਤਰੀ ਕੰਮ ਜਾਂਦਾ ਪਿਆ, ਲਿਖ ਦਿੱਤਾ ਉੱਥੇ ਦਫ਼ਤਰੀ ਕੰਮ ਚੱਲਿਆ ਹਾਂ, ਪਰ ਗਿਆ ਨਹੀਂ ਦਫ਼ਤਰੀ ਕੰਮ, ਗਿਆ ਆਪਣੇ ਨਿੱਜੀ ਕੰਮ ਚਲਾ ਗਿਆ। ਜੇ ਕੋਈ ਪੁੱਛੇਗਾ ਤੇ ਮੈਂ ਲਿਖ ਦਿੱਤਾ ਮੈਂ ਦਫ਼ਤਰੀ ਕੰਮ ਜਾ ਰਿਹਾ ਹਾਂ, ਪਰ ਗਿਆ ਕਾਹਦੇ ਵਾਸਤੇ ਆ? ਆਪਣੇ ਕੰਮ ਵਾਸਤੇ। ਫਰਲੋ ਮਾਰ ਲਈ, ਭੱਜ ਗਿਆ, ਤਨਖਾਹ ਵੀ ਲੈ ਲਈ ਹੈ, ਡਿਊਟੀ ਵੀ ਚੱਲਦੀ ਪਈ ਹੈ, ਕੰਮ ਵੀ ਆਪਣਾ ਕਰਦਾ ਪਿਆ। ਤੇ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਕੰਮ ਹੈ ਇਹ ਤੇਰੇ ਹੱਕ ਦੀ ਕਮਾਈ ਨਹੀਂ ਹੈ, ਇਹ ਪਾਪ ਦੀ ਹੈ, ਇਹ ਠੱਗੀ ਦੀ ਹੈ। ਤੂੰ 420 ਕੀਤੀ ਹੈ। ਜਦੋਂ ਕਰਮ ਇਹੋ ਜਿਹਾ ਕਰੇਗਾ ਤੇ ਫਲ ਫਿਰ ਤੈਨੂੰ ਕੀ ਮਿਲੇਗਾ? ਜਮਾਂ ਦੇ ਭੈ ਤੋਂ ਮੁਕਤ ਨਹੀਂ ਹੋਵੇਗਾ। ਜਿਸ ਦੇ ਕੋਲ ਤੂੰ ਕੰਮ ਕਰਦਾ ਪਿਆ ਹੈ ਉਹ ਤੇਰੇ ਕੰਮ ਦੀ ਤੈਨੂੰ ਮਿਹਨਤ ਦਿੰਦਾ ਪਿਆ, ਤੇ ਜਿੰਨਾ ਸਮਾਂ ਤੂੰ ਉੱਥੇ ਮਿਹਨਤ ਕਰਨੀ ਹੈ ਉਹ ਕੇਵਲ ਉੱਥੇ ਬਣ ਕੇ, ਉੱਥੇ ਰਹਿ ਕੇ ਉਹ ਮਿਹਨਤ ਕਰ, ਤਾਂ ਤੇਰੀ ਕਮਾਈ 1 ਨੰਬਰ ਦੀ ਹੈ। ਜਾਂ ਤੈਨੂੰ ਧਨ ਤੇ ਮਿਲਦਾ ਪਿਆ ਪਰ ਉਸ ਤੋਂ ਬਾਅਦ ਵੀ ਤੂੰ ਇੱਛਾ ਰੱਖਦਾ ਪਿਆ ਵੀ ਮੈਨੂੰ ਹੋਰ ਉੱਪਰੋਂ ਵੱਖਰਾ ਮਿਲ ਜਾਵੇ, ਇਹ ਫਾਈਲ ਅੱਗੇ ਤਾਂ ਚੱਲੇਗੀ, ਇਹ ਤੇਰੀ ਐਪਲੀਕੇਸ਼ਨ ਅਰਜੀ ਤਾਂ ਅੱਗੇ ਜਾਏਗੀ, ਇਹਦੇ ਨਾਲ ਪਹਿਲਾਂ 500 ਦਾ ਨੋਟ ਬੱਧਾ ਜਾਵੇ ਜਾਂ ਇਹਦੇ ਨਾਲ 2000 ਦਾ ਨੋਟ ਬੰਨ, ਫਿਰ ਮੈਂ ਇਹਨੂੰ ਅੱਗੇ ਲੈ ਕੇ ਜਾਵਾਂਗਾ। ਹੁਣ ਆਪਣੇ ਕੰਮ ਦੀ ਮਿਹਨਤ ਤੇ ਮਿਲਦੀ ਪਈ ਹੈ, ਤਨਖਾਹ ਤੇ ਮਿਲਦੀ ਪਈ ਹੈ, ਪਰ ਫਿਰ ਵੀ ਆਖਿਆ ਮੈਨੂੰ ਉੱਪਰੋਂ ਵੀ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ ਤਜ ਸਕਲ ਦੋਹ ਕ੍ਰਿਤ। ਕਿਸੇ ਵੀ ਤਰ੍ਹਾਂ ਦੀ ਜਿਹੜੀ ਪਾਪ ਦੀ ਕਮਾਈ ਹੈ ਉਹਨੂੰ ਛੱਡਣਾ ਪੈਣਾ ਜੇ ਜਮਾਂ ਦੇ ਭੈ ਤੋਂ ਦੂਰ ਹੋਣਾ ਚਾਹੁੰਦਾ ਹੈ। ਹੁਣ ਸਾਡੇ ਮਨ ਵਿੱਚ ਵਿਚਾਰ ਇਹ ਆ ਵੀ ਮੈਨੂੰ ਜਮਾਂ ਦਾ ਡਰ ਨਾ ਲੱਗੇ, ਮੈਨੂੰ ਜਮ ਨਾ ਦਿਖਾਈ ਦੇਣ, ਮੈਂ ਮਰ ਨਾ ਜਾਵਾਂ।
ਜੇ ਮਰ ਜਾਵਾਂ ਤੇ ਮੈਨੂੰ ਜਮ ਨਰਕਾਂ ਵਿੱਚ ਨਾ ਸੁੱਟਣੇ, ਸਾਡੇ ਸਾਰਿਆਂ ਦਾ ਮਨ ਦਾ ਸਵਾਲ ਹੈ। ਤੇ ਭਗਤ ਜੈਦੇਵ ਜੀ ਕਹਿਣ ਲੱਗੇ ਭਾਈ ਫਿਰ ਬਚਨ ਇਹ ਹੈ ਵੀ ਤੈਨੂੰ ਪਾਪ ਦੀ ਕਮਾਈ ਛੱਡਣੀ ਪਵੇਗੀ ਤਾਂ ਗੱਲ ਬੰਨੀ ਹੈ। ਤੇ ਦੂਜਾ ਬਚਨ ਉਹਨਾਂ ਨੇ ਲਿਖਿਆ, ਕਹਿਣ ਲੱਗੇ ਦੁਰਮਤੀ, ਖੋਟੀ ਮੱਤ ਵੀ ਤੈਨੂੰ ਛੱਡਣੀ ਪਵੇਗੀ ਜਿਹੜੀ ਤੈਨੂੰ ਪਾਪ ਵਾਸਤੇ ਪ੍ਰੇਰਦੀ ਹੈ। ਇਹ ਸਭ ਕੁਝ ਤੈਨੂੰ ਛੱਡਣਾ ਪਵੇਗਾ। ਭਜ ਚੱਕਰ ਧਾਰ ਸਰਣੰ, ਜਿਹੜਾ ਚੱਕਰ ਨੂੰ ਧਾਰਨ ਕਰਨ ਵਾਲਾ ਪਰਮੇਸ਼ਰ ਹੈ, ਕਹਿਣ ਲੱਗੇ ਭਾਈ ਉਹਦੀ ਸ਼ਰਨ ਵਿੱਚ ਜਾ ਕੇ ਉਹਦੇ ਨਾਮ ਨੂੰ ਭਜਣਾ ਪਵੇਗਾ, ਉਹਦੇ ਨਾਮ ਨੂੰ ਜਪਣਾ ਪਵੇਗਾ, ਉਹਦੇ ਨਾਮ ਨੂੰ ਸਿਮਰਨਾ ਪਵੇਗਾ, ਤਾਂ ਤੈਨੂੰ ਇਹ ਦਾਤ ਪ੍ਰਾਪਤ ਹੋਣੀ ਹੈ। ਤਾਂ ਤੂੰ ਭਾਈ ਮੁਕਤ ਹੋ ਸਕਦਾ, ਤਾਂ ਤੂੰ ਖੁਸ਼ ਹੋ ਸਕਦਾ ਜੇ ਭਾਈ ਇਸ ਵਸਤੂ ਨੂੰ ਇਸ ਤਰੀਕੇ ਦੇ ਨਾਲ ਅਪਣਾਏਗਾ, ਇਸ ਤਰੀਕੇ ਦੇ ਨਾਲ ਕਰਮ ਕਰੇਗਾ। ਸੋ ਇਸ ਤਰ੍ਹਾਂ ਭਗਤ ਜੈਦੇਵ ਜੀਆਂ ਨੇ ਉਸ ਵਿਅਕਤੀ ਨੂੰ ਉਪਦੇਸ਼ ਦਿੰਦੇ ਹੋਏ ਬਚਨ ਕਰਦੇ ਨੇ। ਸੋ ਅੱਗੇ ਇਹਨਾਂ ਪੰਕਤੀਆਂ ਦੇ ਅਰਥ ਜਿਹੜੇ ਨੇ ਉਹ ਸਾਨੂੰ ਸਮਝਾਉਣ ਵਾਸਤੇ ਬਖਸ਼ਿਸ਼ ਕਰਦੇ ਨੇ। ਜਿਸ ਤਰ੍ਹਾਂ ਕਿ ਪੰਕਤੀ ਆਪਾਂ ਪੜ੍ਹਦੇ ਪਏ ਹਾਂ, ਸਮਝਣ ਵਾਸਤੇ, ਗੁਰਬਾਣੀ ਦੇ ਅਰਥਾਂ ਨੂੰ ਕਰਨ ਵਾਸਤੇ ਕਿ ਇਹ ਪੁਰਖਾ ਜੇ ਤੂੰ ਸੰਸਾਰ ਤੋਂ ਮੁਕਤ ਹੋਣਾ ਚਾਹੁੰਦਾ ਹੈ ਤੇ ਤੈਨੂੰ ਫਿਰ ਇਹ ਕੰਮ ਕਰਨਾ ਪਵੇਗਾ। ਕੇਵਲ ਰਾਮ ਨਾਮ ਮਨੋਰਮੰ, ਰਾਮ ਦੇ ਨਾਮ ਨੂੰ ਆਪਣੇ ਮਨੋਰਮੰ ਤੋਂ ਭਾਵ ਹੁੰਦਾ ਹੈ, ਆਪਣੇ ਮਨ ਦੇ ਵਿੱਚ ਰਮਨੰ ਕਹੀਏ ਉਚਾਰਨਾ ਕਰ। ਰਾਮ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਉਚਾਰਨ ਕਰ। ਜਦੋਂ ਤੂੰ ਉਚਾਰੇਂਗਾ ਫਿਰ ਤੇਰੇ ਜਿਹੜੇ ਕੀਤੇ ਪਾਪ ਨੇ ਉਹ ਨਾਸ ਹੋ ਜਾਣਗੇ ਅਤੇ ਖੋਟੀ ਮੱਤ ਵੀ ਨਾਮ ਦੇ ਨਾਲ ਹੀ ਨਾਸ ਹੋਣੀ ਹੈ। ਨਾਮ ਦੀ ਕਮਾਈ ਦੇ ਨਾਲ ਮਾੜੀ ਮੱਤ, ਪਾਪ ਵਾਲੀ ਮੱਤ ਨਾਸ ਹੋਣੀ ਹੈ। ਨਾਮ ਦੀ ਕਮਾਈ ਦੇ ਨਾਲ ਜਿਹੜਾ ਤੂੰ ਪਾਪ ਕਰਦਾ ਪਿਆ ਇਹ ਵੀ ਉਹਦੇ ਨਾਲ ਹੀ ਨਾਸ ਹੋਣਾ। ਕਮਾਈ ਤੋਂ ਬਿਨਾਂ ਕੁਝ ਨਹੀਂ ਹੁੰਦਾ। ਸੋ ਇਸ ਕਰਕੇ ਇਹ ਤੈਨੂੰ ਦਾਤਾਂ ਤਾਂ ਪ੍ਰਾਪਤ ਹੋਣਗੀਆਂ ਜੇ ਤੂੰ ਇਸ ਤਰੀਕੇ ਦੇ ਨਾਲ ਕਰੇਂਗਾ। ਸੋ ਇਹਦੇ ਵਿੱਚ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਕਿ ਜਸ, ਜੇ ਤੈਨੂੰ ਆਪਣਾ ਜਸ ਕਰਾਉਣ ਦੀ ਇੱਛਾ ਹੈ। ਹੁਣ ਵਿਅਕਤੀ ਦਾ ਮਨ ਕਰਦਾ ਨਾ ਕਿ ਮੇਰਾ ਜਸ ਹੋਵੇ, ਕੌਣ ਨਹੀਂ ਚਾਹੁੰਦਾ ਕਿ ਮੇਰੀ ਵਡਿਆਈ ਨਾ ਹੋਵੇ। ਤੇ ਭਗਤ ਜੀ ਕਹਿਣ ਲੱਗੇ ਜੇ ਵਡਿਆਈ ਕਰਾਉਣ ਦੀ ਇੱਛਾ ਹੈ ਤੇ ਫਿਰ ਇਸ ਤਰੀਕੇ ਦੇ ਨਾਲ ਕਰ। ਤਾਜ ਸਕਲ ਦੋਹ ਕ੍ਰਿਤ ਦੁਰਮਤੀ, ਭਜ ਚੱਕਰ ਧਾਰ ਸਰਣੰ। ਭਗਤ ਜੀ ਕਹਿਣ ਲੱਗੇ ਭਾਈ ਤੈਨੂੰ ਛੱਡਣਾ ਪਵੇਗਾ, ਇਹ ਪਾਪ ਵਾਲੀ ਬੁੱਧੀ ਛੱਡਣੀ ਪਵੇਗੀ, ਪਾਪ ਵਾਲੀ ਮਤ ਵੀ ਛੱਡਣੀ ਪਵੇਗੀ ਔਰ ਪਾਪ ਵਾਲੀ ਕਮਾਈ ਛੱਡਣੀ ਪਵੇਗੀ ਜੇ ਤੂੰ ਆਪਣਾ ਜਸ ਕਰਵਾਉਣਾ ਚਾਹੁੰਦਾ ਹੈ। ਤੇ ਇਸ ਕਰਮ ਨੂੰ ਛੱਡ ਕੇ ਤੇ ਫਿਰ ਕੀ ਕਰ, ਕੇਵਲ ਰਾਮ ਨਾਮ ਮਨੋਰਮੰ, ਜਿਹੜਾ ਰਾਮ ਦਾ ਨਾਮ ਹੈ ਉਸ ਨੂੰ ਆਪਣੇ ਮਨ ਦੇ ਨਾਲ ਰਮਨੰ ਕਹੀਏ ਉਚਾਰਨਾ ਕਰ। ਮਨੋਰਮੰ, ਮਨੋ ਨਾਮ ਮਨ ਦਾ, ਰਮਨੰ ਨਾਮ ਉਚਾਰਨ ਦਾ। ਮਨੋਰਮੰ, ਰਾਮ ਦੇ ਨਾਮ ਨੂੰ ਉਚਾਰ ਜੇ ਤੈਨੂੰ ਆਪਣਾ ਜਸ ਕਰਾਉਣ ਦੀ ਇੱਛਾ ਹੈ। ਅਤੇ ਇਸੇ ਤਰ੍ਹਾਂ ਫਿਰ ਦੂਜਾ ਬਚਨ ਕਰਦੇ ਨੇ, ਕਹਿਣ ਲੱਗੇ ਸਵਸਤ, ਜੇ ਤੈਨੂੰ ਕਲਿਆਣ ਰੂਪ ਹੋਣ ਦੀ ਇੱਛਾ ਹੈ, ਮੈਂ ਕਲਿਆਣ ਰੂਪ ਹੋ ਜਾਵਾਂ, ਮੇਰੀ ਕਲਿਆਣ ਹੋ ਜਾਵੇ, ਜੇ ਤੂੰ ਆਪਣੀ ਕਲਿਆਣ ਕਰਵਾਉਣੀ ਚਾਹੁੰਦਾ ਹੈ ਤੇ ਫਿਰ ਬਖਸ਼ਿਸ਼ ਕਰਦੇ ਹਨ। ਤਜ ਸਕਲ ਦੋ ਕ੍ਰਿਤ ਦੁਰਮਤੀ, ਭਜ ਚੱਕਰ ਧਾਰ ਸਰਣੰ। ਜੇ ਕਲਿਆਣ ਕਰਾਉਣੀ ਚਾਹੁੰਦਾ ਹੈ ਤੇ ਫਿਰ ਵੀ ਤੈਨੂੰ ਦੁਰਮਤੀ, ਖੋਟੀ ਮੱਤ ਛੱਡਣੀ ਪਵੇਗੀ। ਅਤੇ ਇਸੇ ਤਰ੍ਹਾਂ ਤਜ ਸਕਲ ਦੋਹ ਕ੍ਰਿਤ, ਪਾਪ ਵਾਲੀ ਕਮਾਈ ਹਰੇਕ ਤਰ੍ਹਾਂ ਦੀ ਛੱਡਣੀ ਪਵੇਗੀ। ਚੱਕਰ ਧਾਰ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਪਵੇਗਾ। ਕੇਵਲ ਰਾਮ ਨਾਮ ਮਨੋਰਮੰ, ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਤੈਨੂੰ ਸੰਸਾਰ ਤੋਂ ਮੁਕਤ ਕਰ ਸਕਦਾ ਹੈ। ਜੇ ਤੇਰੇ ਕਲਿਆਣ ਹੋਣ ਦੀ ਇੱਛਾ ਮਨ ਵਿੱਚ ਰੱਖਦਾ, ਮੈਂ ਕਲਿਆਣ ਰੂਪ ਹੋ ਜਾਵਾਂ। ਤੇ ਇਹਦੇ ਤੋਂ ਅੱਗੇ ਮਹਾਰਾਜ ਨੇ ਬਚਨ ਲਿਖਿਆ, ਸੋ ਕ੍ਰਿਤ, ਸੋ ਕ੍ਰਿਤ ਤੋਂ ਭਾਵ ਹੁੰਦਾ ਪੁਨਾਤਮਾ ਰੂਪ ਹੋ ਜਾਣਾ, ਪੁੰਨ ਰੂਪ ਹੋ ਜਾਣਾ। ਜਦੋਂ ਵੀ ਕੰਮ ਹੋਵੇ ਪੁੰਨ ਦਾ ਹੀ ਹੋਵੇ, ਕਦੇ ਮਾੜਾ ਹੋਵੇ ਹੀ ਨਾ। ਜੇ ਤੂੰ ਇਹ ਸੋਚਦਾ ਹੈ ਕਿ ਮੈਂ ਹਮੇਸ਼ਾ ਪੁੰਨ ਦਾ ਕੰਮ ਕਰਾਂ ਤੇ ਪਾਤਸ਼ਾਹ ਕਹਿਣ ਲੱਗੇ ਉਹਦੇ ਵਾਸਤੇ ਵੀ ਤੈਨੂੰ ਕਰਨਾ ਚਾਹੀਦਾ ਹੈ। ਤਜ ਸਕਲ ਦੋਹ ਕ੍ਰਿਤ ਦੁਰਮਤੀ, ਭਜ ਚੱਕਰ ਧਾਰ ਸਰਣੰ। ਭਾਈ ਤੈਨੂੰ ਉਸ ਵੇਲੇ ਦੁਰਮਤੀ, ਖੋਟੀ ਮੱਤ ਛੱਡਣੀ ਪਵੇਗੀ ਜਿਹੜੀ ਤੈਨੂੰ ਪ੍ਰੇਰਦੀ ਹੈ। ਜੇ ਤੂੰ ਚਾਹੁੰਦਾ ਹੈ ਕਿ ਮੈਂ ਬਣ ਜਾਵਾਂ,
ਕੀ ਬਣ ਜਾਵਾਂ? ਪੁੰਨ ਕਰਨ ਵਾਲਾ। ਜੇ ਪੁੰਨ ਕਰਨ ਵਾਲਾ ਬਣਨਾ ਚਾਹਣਾ ਤੇ ਪਾਪ ਵਾਲੀ ਮੱਤ ਛੱਡ। ਤੇ ਦੂਜਾ ਬਚਨ ਕੀਤਾ ਹੈ, ਪਾਪ ਵਾਲੀ ਕਮਾਈ ਛੱਡ। ਭਜ ਚੱਕਰ ਧਰ ਸਰਣੰ, ਪਰਮਾਤਮਾ ਦੀ ਸ਼ਰਨ ਵਿੱਚ ਚੱਲ ਕੇ ਜਾ। ਅਤੇ ਫਿਰ ਕੀ ਕਰਨਾ? ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਕੇਵਲ ਰਾਮ ਨਾਮ ਮਨੋਰਮੰ, ਕੇਵਲ ਤੇ ਕੇਵਲ ਰਾਮ ਦੇ ਨਾਮ ਨੂੰ ਜਪ। ਜੇ ਤੇਰੇ ਮਨ ਵਿੱਚ ਇੱਛਾ ਹੈ ਕਿ ਮੈਂ ਪੁੰਨ ਆਤਮਾ ਹੋ ਜਾਵਾਂ, ਤੇ ਪਾਤਸ਼ਾਹ ਜੀ ਨੇ ਅਗਲਾ ਬਚਨ ਵਰਤਿਆ ਕ੍ਰਿਤੰ। ਤੇ ਕ੍ਰਿਤੰ ਤੋਂ ਭਾਵ ਹੁੰਦਾ ਹੈ ਕੀਰਤੀ ਕਰਾਉਣ ਦੀ ਇੱਛਾ। ਹੁਣ ਕਈਆਂ ਦੇ ਮਨ ਵਿੱਚ ਇਹ ਹੁੰਦਾ ਸਵਾਲ ਵੀ ਮੇਰੀ ਵਡਿਆਈ ਹੋਵੇ, ਲੋਕ ਮੈਨੂੰ ਬੜਾ ਚੰਗਾ ਕਰਨ, ਕਹਿਣ ਮੈਂ ਜਿੱਧਰ ਨੂੰ ਜਾਵਾਂ ਮੇਰੀ ਜੈ ਜੈਕਾਰ ਹੋਵੇ, ਮੇਰੇ ਸੋਹਲੇ ਗਾਏ ਜਾਣ। ਪਾਤਸ਼ਾਹ ਕਹਿਣ ਲੱਗੇ ਤੇਰਾ ਸਵਾਲ ਹੈ ਵੀ ਮੇਰੀ ਜੈ ਜੈਕਾਰ ਹੋਵੇ। ਜੇ ਆਪਣੀ ਜੈ ਜੈਕਾਰ ਕਰਾਉਣੀ ਚਾਹਣਾ, ਜਸ ਕਰਾਉਣਾ ਚਾਹਣਾ, ਤੇ ਫਿਰ ਇਸ ਤਰ੍ਹਾਂ ਕਰ। ਤਾਜ ਸਕਲ ਦੋਕ੍ਰਿਤ ਦੁਰਮਤੀ, ਭਜ ਚੱਕਰ ਧਰ ਸਰਣੰ। ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਤੈਨੂੰ ਛੱਡਣਾ ਪਵੇਗੀ ਇਹ ਪਾਪ ਵਾਲੀ ਮੱਤ, ਤੇ ਪਾਪ ਵਾਲੇ ਸਾਰੇ ਕਰਮ ਛੱਡਣੇ ਪੈਣਗੇ। ਅਤੇ ਤੈਨੂੰ ਸਿਮਰਨ ਕਰਨਾ ਪਵੇਗਾ ਕੀਰਤਨੰ ਰਾਮ ਨਾਮ ਮਨੋਰਮੰ, ਕੇਵਲ ਰੱਬ ਦੇ ਨਾਮ ਦਾ ਕੀਰਤਨ ਹੀ ਤੇਰਾ ਜਸ ਕਰਵਾ ਸਕਦਾ ਹੈ। ਕੇਵਲ ਰੱਬ ਦੇ ਨਾਮ ਦੀ ਬੰਦਗੀ ਹੀ ਤੇਰਾ ਭਲਾ ਕਰਵਾ ਸਕਦੀ ਹੈ। ਜੇ ਤੂੰ ਚਾਹਣਾ ਵੀ ਇਸ ਤਰ੍ਹਾਂ ਹੋਵੇ ਤੇ ਫਿਰ ਇਸ ਤਰ੍ਹਾਂ ਕਰਿਆ ਕਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵ ਭੂਤ ਭਾਵ ਸਮਭਯੰ। ਭਾਵ ਭੂਤ ਤੋਂ ਭਾਵ ਹੁੰਦਾ ਕਲਿਆਣ ਹੋ ਜਾਣਾ, ਮੈਂ ਕਲਿਆਣ ਸਰੂਪ ਹੋ ਜਾਵਾਂ। ਕਲਿਆਣ ਸਰੂਪ ਕੌਣ ਹੈ? ਪਰਮਾਤਮਾ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਬ੍ਰਹਮ ਗਿਆਨੀ ਆਪ ਪਰਮੇਸ਼ਰ, ਮੈਂ ਪਰਮੇਸ਼ਰ ਦਾ ਰੂਪ ਹੀ ਹੋ ਜਾਵਾਂ, ਉਹਦੇ ਵਿੱਚ ਲੀਨ ਹੋ ਜਾਵਾਂ। ਜੇ ਤੂੰ ਕਲਿਆਣ ਸਰੂਪ ਪਰਮਾਤਮਾ ਦਾ ਰੂਪ ਹੋਣਾ ਚਾਹਣਾ ਹੈ ਤੇ ਫਿਰ ਵੀ ਤੈਨੂੰ ਇਹ ਕੰਮ ਕਰਨਾ ਚਾਹੀਦਾ ਹੈ। ਤਾਜ ਸਕਲ ਦੋਕ੍ਰਿਤ ਦੁਰਮਤੀ, ਭਜ ਚੱਕਰ ਧਰ ਸਰਣੰ। ਛੋਟੀ ਮੱਤ ਫਿਰ ਛੱਡਣੀ ਪਵੇਗੀ, ਮਾੜੇ ਪਾਸੇ ਪ੍ਰੇਰਨ ਵਾਲੀ, ਤੇ ਪਾਪ ਦੇ ਕਰਮ ਛੱਡਣੇ ਪੈਣਗੇ। ਕੇਵਲ ਤੇ ਕੇਵਲ ਰੱਬ ਦੇ ਨਾਮ ਦਾ ਸਿਮਰਨ ਕਰਨਾ ਪਵੇਗਾ ਜੇ ਤੂੰ ਪਰਮੇਸ਼ਰ ਦਾ ਰੂਪ ਹੋਣਾ ਚਾਹੁੰਦਾ ਹੈ। ਇਹ ਸਵਾਲ ਨੇ ਸਾਡੇ ਮਨ ਦੇ, ਜਿਨ੍ਹਾਂ ਨੂੰ ਵੱਖੋ ਵੱਖਰੇ ਅੱਖਰਾਂ ਦੇ ਦੁਆਰਾ ਆਪਾਂ ਸਰਵਣ ਕਰ ਰਹੇ ਹਾਂ, ਕੱਲੇ ਕੱਲੇ ਸ਼ਬਦ ਦਾ ਅਰਥ ਲੈ ਕੇ ਕਿ ਮਨੁੱਖ ਚਾਹੁੰਦਾ ਕੀ ਹੈ ਅਤੇ ਸਤਿਗੁਰੂ ਫਿਰ ਕਿਵੇਂ ਬਖਸ਼ਿਸ਼ ਕਰਨਗੇ। ਕਹਿਣ ਲੱਗੇ ਭਾਈ ਜੇ ਤੂੰ ਕਲਿਆਣ ਸਰੂਪ ਪਰਮਾਤਮਾ ਦਾ ਰੂਪ ਹੋਣਾ ਚਾਹੁੰਦਾ ਫਿਰ ਵੀ ਤੈਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਪਵੇਗਾ, ਪਾਪ ਵਾਲਾ ਕਰਮ ਛੱਡਣਾ ਪਵੇਗਾ, ਪਾਪ ਵਾਲੀ ਮੱਤ ਛੱਡਣੀ ਪਵੇਗੀ। ਦੂਜਾ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ ਬਚਨ ਸਮਭਯੰ। ਸਮਭਯੰ ਤੋਂ ਭਾਵ ਹੁੰਦਾ ਹੈ ਅਬਨਾਸੀ ਰੂਪ ਹੋ ਜਾਣਾ, ਕਿ ਮੇਰਾ ਕਦੇ ਨਾਸ ਨਾ ਹੋਵੇ, ਮੈਂ ਸਦਾ ਵਾਸਤੇ ਅਮਰ ਹੋ ਜਾਵਾਂ। ਤੇ ਅਮਰ ਹੋਣ ਵਾਸਤੇ ਵੀ ਪਰਮਾਤਮਾ ਵਿੱਚ ਹੀ ਲੀਨ ਹੋਣਾ ਪਵੇਗਾ। ਤੇ ਪਾਤਸ਼ਾਹ ਕਹਿਣ ਲੱਗੇ ਉਹਦੇ ਵਾਸਤੇ ਵੀ ਤੈਨੂੰ ਕਰਨਾ ਪੈਣਾ ਹੈ। ਤਾਜ ਸਕਲ ਦੋਕ੍ਰਿਤ ਦੁਰਮਤੀ, ਭਜ ਚੱਕਰ ਧਰ ਸਰਣੰ। ਤੈਨੂੰ ਦੁਰਮਤ ਵਾਲੀ ਮੱਤ ਛੱਡਣੀ ਪਵੇਗੀ, ਪਾਪ ਵਾਲੀ, ਅਤੇ ਇਸੇ ਤਰ੍ਹਾਂ ਤੈਨੂੰ ਨਾਮ ਜਪਣਾ ਪਵੇਗਾ, ਤਾਂ ਤੂੰ ਸੰਸਾਰ ਤੋਂ ਮੁਕਤ ਹੋਵੇਂਗਾ। ਕੇਵਲ ਦੇ ਨਾਮ ਦੇ ਰਾਮ ਦੇ ਨਾਮ ਨੂੰ ਜਪ ਕੇ ਤਾਂ ਤੈਨੂੰ ਦਾਤ ਪ੍ਰਾਪਤ ਹੋਣੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਰਮੰਗ ਪ੍ਰਸੰਨ। ਜੇ ਤੈਨੂੰ ਬਹੁਤਾ ਪ੍ਰਸੰਨ ਰੂਪ ਹੋਣ ਦੀ ਇੱਛਾ ਹੈ ਤੇ ਫਿਰ ਵੀ ਤੈਨੂੰ ਇਹ ਕਰਮ ਕਰਨਾ ਪਵੇਗਾ। ਤਾਜ ਸਕਲ ਦੋਕ੍ਰਿਤ ਦੁਰਮਤੀ, ਭਜ ਚੱਕਰ ਧਰ ਸਰਣੰ। ਪਾਪ ਛੱਡਣੇ ਪੈਣਗੇ, ਪਾਪ ਵਾਲੀ ਮੱਤ ਛੱਡਣੀ ਪਵੇਗੀ, ਤੇ ਤਾਂ ਪਰਮੇਸ਼ਰ ਦਾ ਸਿਮਰਨ ਕਰਕੇ ਤੂੰ ਬਹੁਤਾ ਪ੍ਰਸੰਨ ਰਹਿ ਸਕਦਾ ਹੈ। ਕਈ ਵਾਰੀ ਸਾਡੇ ਮਨ ਵਿੱਚ ਇਹ ਆਉਂਦਾ ਮੈਨੂੰ ਖੁਸ਼ੀ ਨਹੀਂ ਆਉਂਦੀ, ਮੈਂ ਖੁਸ਼ ਨਹੀਂ ਹੁੰਦਾ, ਮੈਂ ਹਰ ਵੇਲੇ ਦੁਖੀ ਰਹਿੰਦਾ। ਮਹਾਰਾਜ ਕਹਿਣ ਲੱਗੇ ਜੇ ਬਹੁਤਾ ਪ੍ਰਸੰਨ ਰੂਪ ਹੋਣ ਦੀ ਇੱਛਾ ਰੱਖਦਾ ਹੈ ਤੇ ਤਜ ਸਕਲ ਦੋਹ ਕ੍ਰਿਤ ਦੁਰਮਤੀ, ਸਾਰੇ ਪਾਪ ਤੇ ਪਾਪ ਵਾਲੀ ਮੱਤ ਛੱਡੇਗਾ, ਰੱਬ ਦੇ ਨਾਮ ਦਾ ਸਿਮਰਨ ਕਰੇਗਾ, ਤਾਂ ਭਾਈ ਤੈਨੂੰ ਖੁਸ਼ੀ ਪ੍ਰਾਪਤ ਹੋਵੇਗੀ। ਤੇ ਅਗਲਾ ਬਚਨ ਮਹਾਰਾਜ ਨੇ ਵਰਤਿਆ ਹੈ ਮਿਦੰ। ਮਿਦੰ ਤੋਂ ਭਾਵ ਇੰਦੰ। ਇੰਦਨ ਨਾਮ ਪਰਮਾਤਮਾ ਦਾ ਹੈ। ਜੇ ਤੈਨੂੰ ਪਰਮਾਤਮਾ ਦਾ ਸਰੂਪ ਹੋਣ ਦੀ ਇੱਛਾ ਹੈ ਤੇ ਫਿਰ ਵੀ ਭਾਈ ਤੈਨੂੰ ਇਹ ਕਰਮ ਕਰਨਾ ਪਵੇਗਾ ਜੋ ਮਹਾਰਾਜ ਫਰਮਾਉਂਦੇ ਹਨ। ਤਾਜ ਸਕਲ ਦੋਕ੍ਰਿਤ ਦੁਰਮਤੀ, ਭਜ ਚੱਕਰ ਧਰ ਸਰਣੰ। ਦੋਹ ਕ੍ਰਿਤ ਪਾਪ ਕਰਨ ਵਾਲੇ ਕੰਮ ਛੱਡਣੇ ਪੈਣਗੇ, ਦੁਰਮਤ ਖੋਟੀ ਮੱਤ ਛੱਡਣੀ ਪਵੇਗੀ, ਅਤੇ ਤੈਨੂੰ ਭਜਨ ਕਰਨਾ ਪਵੇਗਾ ਪਰਮਾਤਮਾ ਦਾ। ਕੇਵਲ ਰਾਮ ਨਾਮ ਮਨੋਰਮੰ। ਕੇਵਲ ਤੇ ਕੇਵਲ ਇੱਕ ਨਾਮ ਪਰਮਾਤਮਾ ਦਾ
ਆਪਣੇ ਮਨ ਦੇ ਨਾਲ ਜਦੋਂ ਉਚਾਰੇਗਾ ਬਖਸ਼ਿਸ਼ ਉਸ ਵੇਲੇ ਹੋਣੀ ਹੈ। ਸੋ ਇਸ ਤਰ੍ਹਾਂ ਇਹ ਜਿਹੜੇ ਅਰਥ ਨੇ ਸਮਝਣ ਵਾਸਤੇ ਨੇ ਕਿ ਮਨੁੱਖ ਕੀ ਚਾਹੁੰਦਾ ਹੈ। ਜੋ ਅਸੀਂ ਚਾਹੁੰਦੇ ਹਾਂ ਉਹ ਸਾਡੇ ਸਵਾਲ ਨੇ। ਉਹਨਾਂ ਸਵਾਲਾਂ ਨੂੰ ਇੱਥੇ ਭਗਤ ਜੀਆਂ ਨੇ ਲਿਖ ਕੇ ਅੱਗੇ ਉਹਨਾਂ ਸਵਾਲਾਂ ਦਾ ਜਵਾਬ ਬਖਸ਼ਿਸ਼ ਕੀਤਾ ਹੈ। ਸੋ ਹੁਣ ਇਹ ਜਿਹੜਾ ਸ਼ਬਦ ਹੈ ਸਾਨੂੰ ਸ਼ੁਰੂ ਤੋਂ ਬਖਸ਼ਿਸ਼ ਕਰਦੇ ਹਨ। ਪਰਮਾਦ ਪੁਰਖ ਮਨੋ ਪ੍ਰੇਮੰ ਸਤ ਆਦ ਭਾਵ ਰਤੰ। ਮਹਾਰਾਜ ਕਹਿਣ ਲੱਗੇ ਪਰਮ ਆਦ, ਜਿਹੜਾ ਪਰਮਾਤਮਾ ਉਹ ਪਰਮ ਕਹੀਏ ਵੱਡਾ ਹੈ, ਉਹਦੇ ਵਰਗਾ ਵੱਡਾ ਕੋਈ ਨਹੀਂ ਹੈ। ਸਭ ਤੇ ਵੱਡਾ ਸਤਿਗੁਰ ਨਾਨਕ, ਅਤ ਉੱਚਾ ਤਾਕਾ ਦਰਬਾਰਾ। ਉਹਦਾ ਸਰੂਪ ਬਹੁਤ ਵੱਡਾ ਹੈ, ਇਸ ਕਰਕੇ ਉਹਨੂੰ ਆਖਿਆ ਜਾਂਦਾ ਪਰਮ। ਪਰਮ ਨਾਮ ਹੈ ਵੱਡੇ ਦਾ। ਤੇ ਪਰਮਾਤ ਤੋਂ ਭਾਵ ਹੁੰਦਾ ਪਰਮ ਆਦ। ਵੱਖ-ਵੱਖ ਸ਼ਬਦਾਂ ਨੂੰ ਕਰ ਲੈਣਾ। ਆਦ ਨਾਮ ਮੁੱਢ ਦਾ ਹੈ, ਉਹ ਪਰਮਾਤਮਾ ਸਾਰਿਆਂ ਦਾ ਆਦ ਰੂਪ ਹੈ, ਸਾਰਿਆਂ ਦਾ ਮੁੱਢ ਰੂਪ ਹੈ। ਉਹਦਾ ਆਪਣਾ ਮੁੱਢ ਕੋਈ ਨਹੀਂ ਹੈ, ਪਰ ਉਹ ਸਾਰੇ ਜੀਵਾਂ ਦਾ ਮੁੱਢ ਰੂਪ ਜ਼ਰੂਰ ਹੈ। ਇਸ ਕਰਕੇ ਉਹਨੂੰ ਆਖਿਆ ਜਾਂਦਾ ਪਰਮਾਦ, ਵੱਡਾ ਅਤੇ ਸਾਰਿਆਂ ਦਾ ਮੁੱਢ ਰੂਪ ਹੈ। ਦੂਜਾ ਬਚਨ ਮਹਾਰਾਜ ਨੇ ਵਰਤਿਆ ਪੁਰਖ। ਪੁਰਖ ਤੋਂ ਭਾਵ ਉਹ ਜਿਹੜਾ ਪਰਮਾਤਮਾ ਹੈ ਪੂਰਨ ਹੈ। ਪੁਰਖ ਪੂਰਨ ਹੈ ਸਾਰਿਆਂ ਥਾਵਾਂ 'ਤੇ। ਇੱਥੇ ਵੀ ਹੈ ਜਿੱਥੇ ਬੈਠੇ ਹਾਂ, ਜਿੱਥੇ ਅਸੀਂ ਨਹੀਂ ਹੋਵਾਂਗੇ ਉੱਥੇ ਵੀ ਉਹ ਪੂਰਨ ਹੈ। ਤੇ ਪੁਰਖ ਨਾਮ ਪੁਰਖ ਸਰੂਪ ਦਾ ਹੈ, ਉਹ ਪੁਰਖ ਸਰੂਪ ਹੈ। ਏਕਾ ਪੁਰਖ ਸਬਾਈ ਨਾਰ, ਬਾਕੀ ਤੇ ਸਾਰੀਏ ਜੀਵ ਜੰਤੂ ਉਹਦੀਆਂ ਇਸਤਰੀਆਂ ਨੇ, ਉਹ ਆਪ ਪੁਰਖ ਸਰੂਪ ਹੈ। ਤੇ ਪਾਤਸ਼ਾਹ ਕਹਿਣ ਲੱਗੇ ਮਨੋਪਮੰਗ ਤੋਂ ਭਾਵ ਹੁੰਦਾ ਅਨ ਉਪਮਾ। ਉਪਮਾ ਤੋਂ ਰਹਿਤ ਮਨੋਪਮੰਗ। ਮਨੋਪਮੰਗ ਉਪਮਾ ਤੋਂ ਰਹਿਤ। ਉਹਦੀ ਉਪਮਾ ਜਿੰਨੀ ਮਰਜ਼ੀ ਕਰੀ ਜਾਓ, ਜਿੰਨੀ ਮਰਜ਼ੀ ਕਰੀ ਜਾਓ, ਕਦੇ ਉਹਦੀ ਉਪਮਾ ਦਾ ਅੰਤ ਨਹੀਂ ਪੈਂਦਾ ਹੈ। ਉਹਦੀ ਉਪਮਾ ਕਥਨ ਨਹੀਂ ਕੀਤੀ ਜਾ ਸਕਦੀ। ਉਹ ਐਸਾ ਪਰਮਾਤਮਾ ਹੈ। ਤੇ ਸਤ ਤੋਂ ਭਾਵ ਹੈ ਉਹ ਜਿਹੜਾ ਪਰਮਾਤਮਾ ਹੈ ਭਾਈ, ਉਹ ਸਤ ਚੇਤਨ ਆਨੰਦ ਸਰੂਪ ਹੈ, ਹਰ ਵੇਲੇ ਚੇਤਨ ਹੈ। ਤੇ ਪਾਤਸ਼ਾਹ ਕਹਿਣ ਲੱਗੇ ਆਦ ਭਾਵ ਰਤਨ। ਸੋ ਇਸੇ ਤਰ੍ਹਾਂ ਆਦ ਸਭ ਦਾ ਰੂਪ ਹੈ। ਭਾਵ ਜਿਹੜੇ ਪਦਾਰਥ ਨੇ ਰਤਨ ਕਹੀਏ ਉਹਨਾਂ ਵਿੱਚ ਮਿਲਿਆ। ਜਿੰਨੇ ਆਪਾਂ ਪਦਾਰਥ ਛਕਦੇ ਹਾਂ, ਖਾਂਦੇ ਹਾਂ, ਲੈ ਕੇ ਆਉਂਦੇ ਹਾਂ, ਉਹਨਾਂ ਪਦਾਰਥਾਂ ਵਿੱਚ ਉਹ ਆਪ ਮਿਲਿਆ ਹੋਇਆ ਹੈ। ਉਹਨਾਂ ਪਦਾਰਥਾਂ ਵਿੱਚ ਆਪ ਬੈਠਾ ਹੋਇਆ। ਆਪਾਂ ਬਚਨ ਪੜ੍ਹਦੇ ਹਾਂ ਨਾ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਜਿਹੜਾ ਅਸੀਂ ਅੰਨ ਛਕਦੇ ਹਾਂ, ਫਲ ਛਕਦੇ ਹਾਂ, ਸਬਜ਼ੀਆਂ ਖਾਂਦੇ ਹਾਂ, ਇਹਦੇ ਵਿੱਚ ਨਿੱਕੇ ਨਿੱਕੇ ਜੀਵ ਨੇ ਜਿਹੜੇ ਪਰਮਾਤਮਾ ਨੇ ਉਹਦੇ ਵਿੱਚ ਪੈਦਾ ਕੀਤੇ ਨੇ। ਉਹਨਾਂ ਜੀਵਾਂ ਵਿੱਚ ਉਹ ਆਪ ਬੈਠਾ ਹੋਇਆ। ਇਸ ਕਰਕੇ ਅੰਨ ਰੂਪ ਵੀ ਉਹ ਆਪ ਹੈ, ਭੋਜਨ ਰੂਪ ਵੀ ਆਪ ਹੈ, ਸਾਰਿਆਂ ਵਿੱਚ ਮਿਲਿਆ ਹੋਇਆ ਹੈ। ਪਰਮਦ ਭੂਤੰ ਪ੍ਰਕਿਰਤ ਪਰੰ ਜਦ ਚਿੰਤ ਸਰਬਗਤੰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਪਰਮਾਤਮਾ ਹੈ, ਕਹਿ ਲਈਏ ਪਰੰਗ ਨਾਮ ਅਦਭੁਤ, ਸਾਰਿਆਂ ਤੋਂ ਪਰੇ। ਉਹ ਜਿਹੜਾ ਪਰਮਾਤਮਾ ਹੈ ਪਰਮਦ ਭੂਤੰ। ਭੂਤੰ ਕਹੀਏ ਉਹ ਜੋ ਪਰਮਾਤਮਾ ਹੈ ਭਾਈ, ਉਹ ਸਾਰਿਆਂ ਤੋਂ ਪਰੇ ਹੈ ਤੇ ਸਾਰਿਆਂ ਤੋਂ ਵੱਡਾ ਹੈ। ਉਹਦੇ ਵਰਗਾ ਵੱਡਾ ਕੋਈ ਨਹੀਂ ਹੈ। ਸੋ ਪਰਮਦ ਭੂਤੰ ਪਰੰ ਅਦ ਭੂਤੰ, ਸਾਰਿਆਂ ਤੋਂ ਪਰੰਗ ਪਰੇ ਅਸੰਗ ਰੂਪ ਜੋ ਪਰਮਾਤਮਾ ਹੈ ਉਹ ਭਾਈ ਅਦ ਭੂਤੰ ਅਸਚਰਜ ਸਰੂਪ ਹੈ। ਉਹਦੇ ਸਰੂਪ ਨੂੰ ਵੇਖ ਕੇ ਹੈਰਾਨ ਹੋ ਜਾਈਦਾ। ਉਹਦੇ ਸਰੂਪ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਵੀ ਉਹ ਪਰਮਾਤਮਾ ਕਿੰਨਾ ਸੋਹਣਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਪਰਕ੍ਰਿਤ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਅਸੀਂ ਦੁਨੀਆ 'ਤੇ ਆਏ ਹਾਂ, ਸਾਡਾ ਜਨਮ ਹੋਇਆ। ਅਸੀਂ ਨਾ ਚਾਹਾਂਗੇ ਤਾਂ ਵੀ ਜਵਾਨੀ ਆਵੇਗੀ, ਅਸੀਂ ਨਾ ਚਾਹਾਂਗੇ ਤਾਂ ਵੀ ਬੁੱਢੇ ਹੋਵਾਂਗੇ, ਅਸੀਂ ਨਾ ਚਾਹਾਂਗੇ ਤਾਂ ਵੀ ਮੌਤ ਆਵੇਗੀ। ਕਿਉਂ? ਕਿਉਂਕਿ ਅਸੀਂ ਪ੍ਰਕਿਰਤੀ ਦੇ ਨਿਯਮ ਦੇ ਵਿੱਚ ਹਾਂ, ਕਾਨੂੰਨ ਦੇ ਵਿੱਚ ਹਾਂ, ਕਾਨੂੰਨ ਤੋਂ ਬਾਹਰ ਹੀ ਨਹੀਂ ਹੋ ਸਕਦੇ। ਪਰਮਾਤਮਾ ਇਹੋ ਜਿਹਾ ਜਿਹਦੇ ਉੱਪਰ ਕੁਦਰਤ ਦਾ ਕੋਈ ਨਿਯਮ ਲਾਗੂ ਨਹੀਂ ਹੁੰਦਾ। ਨਾ ਉਹ ਬੁੱਢਾ ਹੁੰਦਾ, ਨਾ ਉਹ ਜਵਾਨ ਹੁੰਦਾ, ਨਾ ਉਹਦਾ ਜਨਮ ਹੁੰਦਾ, ਨਾ ਉਹਦੀ ਮੌਤ ਹੁੰਦੀ। ਐਸਾ ਹੈ ਤਾਂ ਉਹਨੂੰ ਕਿਹਾ ਜਾਂਦਾ ਪਰਕ੍ਰਿਤ ਪਰੰਗ, ਪ੍ਰਕਿਰਤੀ ਤੋਂ ਪਰੇ ਹੈ, ਮਾਇਆ ਦੇ ਅਸਰ ਤੋਂ ਪਰੇ ਹੈ। ਜਦ ਚਿੰਤ ਸਰਬਗਤੰ, ਪਾਤਸ਼ਾਹ ਕਹਿਣ ਲੱਗੇ ਜੋ ਸਭ ਦੇ ਚਿੰਤਨ ਕਰਨ ਯੋਗ ਹੈ। ਜਦ ਤੋਂ ਭਾਵ ਹੈ ਜੋ ਪਰਮਾਤਮਾ, ਚਿਤੰਗ ਤੋਂ ਭਾਵ ਚਿੰਤਨ ਕਰਨ ਦੇ ਯੋਗ ਹੈ। ਜਿਹੜਾ ਉਹਦਾ ਚਿੰਤਨ ਕਰੇਗਾ ਉਹ ਜਿਹੜਾ ਮਨੁੱਖ ਹੈ ਗਤੰ ਕਹੀਏ ਮੁਕਤੀ ਨੂੰ ਪ੍ਰਾਪਤ ਹੋਵੇਗਾ, ਮੁਕਤ ਹੋ ਜਾਏਗਾ।
ਜਦ ਚਿੰਤ ਸਰਬ ਗਤੰ, ਜਿਹੜਾ ਉਹਦਾ ਚਿੰਤਨ ਕਰੇਗਾ ਗਤੰ ਕਹੀਏ ਮੁਕਤ ਹੋ ਜਾਏਗਾ। ਸਾਰਿਆਂ ਦੇ ਵਿੱਚ ਪਰਮਾਤਮਾ ਉਸ ਨੂੰ ਦਿਸ ਪਵੇਗਾ, ਮੁਕਤੀ ਨੂੰ ਪਾ ਲਵੇਗਾ। ਕੇਵਲ ਰਾਮ ਨਾਮ ਮਨੋਰਮੰ, ਇਸ ਕਰਕੇ ਕੇਵਲ ਤੇ ਕੇਵਲ ਰਾਮ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਮਨੋਰਮੰ, ਮਨ ਦੇ ਵਿੱਚ ਰਮਨੰ ਕਹੀਏ ਉਚਾਰ, ਉਸ ਦੇ ਨਾਮ ਨੂੰ ਜਪ ਤਾਂ ਤੈਨੂੰ ਪ੍ਰਾਪਤੀ ਹੋਣੀ ਹੈ। ਬਾਦ ਅੰਮ੍ਰਿਤ ਤਤਮਯੰ, ਮਨ ਤੋਂ ਭਾਵ ਹੈ ਉਹ ਪਰਮਾਤਮਾ ਆਪਣੇ ਬਦਨ ਤੋਂ ਮੁਖ ਤੋਂ ਕਥਨ ਕਰਨ ਯੋਗ ਹੈ। ਉਹਦੇ ਨਾਮ ਨੂੰ ਕਥਨ ਕਰਿਆ ਕਰ, ਮੂੰਹ ਤੋਂ ਕਹਿ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ। ਉਹ ਪਰਮਾਤਮਾ ਅੰਮ੍ਰਿਤ ਰੂਪ ਹੈ, ਵੇਦਾਂ ਸ਼ਾਸਤਰਾਂ ਦਾ ਤਤ ਰੂਪ ਹੈ ਅਤੇ ਮਯੰਕ ਕਹੀਏ ਕਿਰਪਾ ਕਰਨ ਵਾਲਾ ਹੈ। ਐਸਾ ਉਹ ਪਰਮਾਤਮਾ ਹੈ। ਨਦ ਨੋਤ ਸੁਕ੍ਰਤ ਕ੍ਰਿਤੰ, ਨਾਦ ਨੋਤ ਜਾਂ ਸਮਰਨੇਨ, ਪਾਤਸ਼ਾਹ ਕਹਿਣ ਲੱਗੇ ਜਾਂ ਜਿਸ ਪਰਮਾਤਮਾ ਦਾ ਸਮਰਨੇਨ ਕਹੀਏ ਸਿਮਰਨ ਕਰਨਾ, ਜਿਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਜਨਮ ਤੇ ਮਰਨ, ਜੰਮਣਾ ਤੇ ਮਰਨਾ ਤੇ ਜਰਾਦ ਤੋਂ ਭਾਵ ਹੁੰਦਾ ਵਿਚਕਾਰਲਾ ਸਮਾਂ ਜਿਹੜਾ ਅਸੀਂ ਹੁਣ ਜਿਉਂਦੇ ਪਏ ਹਾਂ। ਜਨਮ ਸਾਡਾ ਪਹਿਲਾਂ ਹੋ ਗਿਆ, ਮੌਤ ਬਾਅਦ ਵਿੱਚ ਹੋਣੀ ਹੈ, ਪਰ ਜਿਹੜਾ ਸਮਾਂ ਹੁਣ ਸਾਡੇ ਕੋਲ ਹੈ, ਜਿਹੜੇ ਸਾਨੂੰ ਸਾਹ ਆਉਂਦੇ ਪਏ ਨੇ, ਇਸ ਨੂੰ ਕਿਹਾ ਜਾਂਦਾ ਜਰਾਦ। ਪਾਤਸ਼ਾਹ ਕਹਿੰਦੇ ਇਸ ਸਮੇਂ ਦੇ ਵਿੱਚ ਨਾ ਦਨੋਤ ਭਯੰਗ, ਦਨੋਤ ਨਾਮ ਪੀੜਾ ਦਾ ਹੈ, ਤੈਨੂੰ ਪੀੜਾ ਨਹੀਂ ਹੋਣ ਦੇਵੇਗਾ, ਨਾ ਜਨਮ ਦੀ ਪੀੜਾ ਹੋਣ ਦੇਵੇਗਾ, ਨਾ ਮੌਤ ਦੀ ਪੀੜਾ ਨੇੜੇ ਆਉਣ ਦੇਵੇਗਾ, ਨਾ ਤੇਰੇ ਐਸ ਸਮੇਂ ਕੋਈ ਪੀੜਾ, ਕੋਈ ਦਰਦ, ਕੋਈ ਦੁੱਖ, ਕੋਈ ਪਰਿਵਾਰ ਦਾ ਕੋਈ ਮੁਸੀਬਤ ਹੈ, ਉਹ ਤੇਰੇ ਨੇੜੇ ਨਹੀਂ ਆਉਣ ਦੇਵੇਗਾ। ਕਿਵੇਂ? ਜਾਂ ਸਿਮਰਨੇਨ, ਜਦੋਂ ਤੂੰ ਉਹਦਾ ਸਿਮਰਨ ਕਰੇਂਗਾ। ਸੌਖਾ ਸਮਝਣ ਵਾਸਤੇ ਪਰਮਾਤਮਾ ਦਾ ਸਿਮਰਨ ਕਰੇਂਗਾ, ਜਨਮ ਦੀ ਪੀੜਾ ਹੋਵੇਗੀ ਨਹੀਂ, ਜੰਮ ਕੇ ਆਉਣਾ ਹੀ ਨਹੀਂ ਪਵੇਗਾ। ਵਿਦਵਾਨਾਂ ਨੇ ਜਨਮ ਦੀ ਪੀੜਾ ਨੂੰ ਬੜਾ ਵੱਡਾ ਲਿਖਿਆ ਹੈ। ਇਸੇ ਤਰ੍ਹਾਂ ਮਰਨ ਦੀ ਪੀੜਾ ਉਸ ਤੋਂ ਵੱਡੀ ਹੈ। ਜਿੰਦਨ ਮਾਣੀ ਕੱਢੀ ਹੈ ਹੱਡਾਂ ਕੂਕੜਕਾਏ, ਮਰਨ ਦੀ ਪੀੜਾ ਵੀ ਨਹੀਂ ਹੋਵੇਗੀ। ਜੇ ਜਨਮ ਹੀ ਨਹੀਂ ਮਿਲਿਆ ਤੇ ਮੌਤ ਕਿੱਥੋਂ ਆਉਣੀ ਹੈ? ਫਿਰ ਇਹ ਜਿਹੜਾ ਸਮਾਂ ਤੇਰੇ ਕੋਲ ਚੱਲਦਾ ਪਿਆ, ਕਦੇ ਪੁੱਤਰ ਠੀਕ ਨਹੀਂ, ਕਦੇ ਧੀ ਬਿਮਾਰ ਹੈ, ਕਦੇ ਫਲਾਣਾ ਦੁਖੀ ਹੈ, ਕਦੇ ਆਪ ਨੂੰ ਦਰਦ ਪੀੜਾ ਹੁੰਦੀਆਂ, ਇਹ ਵੀ ਮੁੱਕ ਜਾਣਗੀਆਂ, ਖਤਮ ਹੋ ਜਾਣਗੀਆਂ। ਨਾਦ ਨੋਤ ਭਯੰ, ਨਹੀਂ ਹੋਣਗੀਆਂ। ਪੀੜਾ ਕਿਉਂ ਨਹੀਂ ਹੋਣਗੀਆਂ? ਜਦੋਂ ਉਹਦਾ ਸਿਮਰਨ ਕਰੇਗਾ। ਇਹ ਉਹਦੇ ਸਿਮਰਨ ਨੇ ਤੈਨੂੰ ਬਚਾ ਲੈਣਾ ਹੈ। ਐਸੀ ਬਖਸ਼ਿਸ਼ ਪਰਮਾਤਮਾ ਦਾ ਸਿਮਰਨ ਕਰਦਾ। ਜਨਮ ਜਰਾਦ ਮਰਨ, ਪਾਤਸ਼ਾਹ ਕਹਿਣ ਲੱਗੇ ਆਦਿ ਵਿਆਧੀ ਤੇ ਉਪਾਧੀ, ਇਹ ਵੀ ਤਿੰਨ ਪੀੜਾ ਨੇ, ਇਹ ਵੀ ਤਿੰਨ ਦੁੱਖ ਨੇ। ਆਦਿ ਵਿਆਧੀ ਉਪਾਧੀ ਕਿਹਾ ਜਾਂਦਾ ਡੰਡੇ ਸੋਟੇ ਦੇ ਵਾਰ ਦੇ ਨਾਲ ਕੋਈ ਦੁੱਖ ਆ ਜਾਣਾ, ਜਾਂ ਕੋਈ ਜਨਮ ਤੋਂ ਹੀ ਰੋਗ ਇਹੋ ਜਿਹਾ ਲੱਗ ਜਾਣਾ ਜਿਹੜਾ ਠੀਕ ਨਾ ਹੋਵੇ ਪਰ ਦਰਦ ਜ਼ਰੂਰ ਹੁੰਦਾ ਰਹੇ, ਤੇ ਜਾਂ ਦੁਨੀਆ ਦੇ ਵਿੱਚੋਂ ਕੋਈ ਮੁਕੱਦਮਾ ਇਹੋ ਜਿਹਾ ਪੈ ਜਾਣਾ, ਕੋਈ ਡਾਕਟਰਾਂ ਦੇ ਪੇਸ਼ ਪੈ ਗਿਆ, ਕੋਈ ਵਕੀਲਾਂ ਕਚਹਿਰੀਆਂ ਦੇ ਪੇਸ਼ ਪੈ ਗਿਆ। ਇਹ ਵੀ ਇੱਕ ਦਰਦ ਹੈ। ਜਿਨ੍ਹਾਂ ਨੂੰ ਇਹੋ ਜਿਹਾ ਰੋਗ ਪਏ ਹੋਏ ਨੇ, ਇਹੋ ਜਿਹੀਆਂ ਬਿਪਤਾ ਪਈਆਂ, ਸਾਰੀ ਸਾਰੀ ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈ। ਮਹਾਰਾਜ ਕਹਿੰਦੇ ਸਿਮਰਨ ਕਰੇਗਾ, ਇਹਨਾਂ ਤੋਂ ਪਰੇ ਹੋ ਜਾਵੇਗਾ, ਮੁਕਤ ਹੋ ਜਾਏਗਾ। ਐਸੀ ਉਹ ਪਰਮਾਤਮਾ ਕਿਰਪਾ ਕਰਦਾ, ਸੋ ਉਹ ਤੈਨੂੰ ਮੌਤ ਤੋਂ ਬਚਾ ਲੈਂਦਾ ਹੈ। ਰਾਉ ਇਛਤ ਜਮਾਦ ਪ੍ਰਭੰ, ਜਸ ਸਵਸਤ ਸੁਕ੍ਰਤ ਕ੍ਰਿਤੰ। ਪਾਤਸ਼ਾਹ ਕਹਿਣ ਲੱਗੇ ਪਰਾ ਭਯੰ, ਇਛਸ ਜਮਾਦ, ਜਾਮਿਤ ਆਦਿਕ ਤੋਂ ਪਰੇ ਹੋਣ